बिस्मिल्लाहिर्रहमानिर्रहीम। ये बैठक है ते मैं जफर इकबाल ਭਾਈਆ ਜੀ। ਬੈਠਕ ਤੇ ਵਾਹਵਾ ਵਕਫਾ ਹੋ ਗਿਆ ਹੈ ਤੇ ਮੈਨੂੰ ਅਸਲ ਨਾ ਮੈਂ ਬੜਾ ਇੱਥੇ ਨਾ ਖੁੱਬ ਵਿੱਚ ਫਸਿਆ ਕਿ ਦਿਨੇ ਰਾਤੀ ਕੋਈ ਨਾ ਕੋਈ ਇਧਰੋਂ ਕੰਮ ਕੋਈ ਇਧਰੋਂ ਕੰਮ ਕੋਈ ਇਧਰੋਂ ਕੰਮ, ਬਸ ਟਾਈਮ ਹੀ ਨਹੀਂ ਲੱਗਾ। ਪਤਾ ਨਹੀਂ ਉੱਥੇ ਚੰਗੇ ਭਲੇ ਚੌਧਰੀ ਹੁੰਦੇ ਸਾਂ ਅਸੀਂ ਆਪਣੇ ਪਿਛਾਂ, ਤੇ ਜਿਉਂ ਦੇ ਇੱਥੇ ਪਰਦੇਸੀ ਹੋ ਕੇ ਕੈਨੇਡਾ ਆ ਗਏ ਆ ਨਾ, ਇਹ ਕਿਹੜੀ ਚੌਧਰ ਰਹਿ ਗਈ ਯਾਰ। ਸਾਰੇ ਹੀ ਕੰਮ ਆਪ ਹੀ ਕਰਨੇ ਪੈਂਦੇ ਨੇ। ਆ ਪਿਛਲੇ ਦਿਨਾਂ 'ਚ ਮੈਨੂੰ ਕੰਮ ਸੀ ਕੋਈ ਇੱਥੇ ਉਹ ਐਮਬੈਸੀ ਵਿੱਚ ਆਪਣੀ, ਤੇ ਜਨਾਬ ਐਸਾ ਲਾਈਨ ਚ ਲਾਇਆ ਤੇ ਮੈਨੂੰ, ਮੈਂ ਆਖਿਆ ਯਾਰ ਉੱਥੇ ਬੜੀ ਗੱਲ ਹੁੰਦੀ ਸੀ ਵੀ ਜਿਹੜੇ ਵੀ ਮਹਿਕਮੇ 'ਚ ਕੰਮ ਹੋਣਾ ਨਾ, ਉੱਥੇ ਜਾ ਕੇ ਤੇ ਦੱਸਣਾ ਵੀ ਮੈਂ ਆਇਆ, ਤੇ ਉਹਨਾਂ ਨੇ ਗੱਲਬਾਤ ਸੁਣਨੀ ਤੇ ਉਸੇ ਵੇਲੇ ਸਾਰੀ ਬਾਕੀ ਲੋਕੀ ਜਿਹੜੇ ਨੇ ਲਾਈਨ 'ਚ ਲੱਗੇ ਰਹਿਣੇ ਤੇ ਮੇਰਾ ਕੰਮ ਹੋਣਾ ਤੇ ਮੈਂ ਘਰ ਚਲੇ ਜਾਣਾ। ਚਾਰੇ ਬੰਨੇ 'ਚ ਕੋਈ ਬਹੁਤਾ ਔਖਾ ਕੰਮ ਹੋਣਾ ਨਾ, ਤੇ ਉੱਥੋਂ ਕਿਸੇ ਐਮਪੀਏ ਸਾਹਿਬ ਦੀ ਮਿੰਤ ਮੁੰਤ ਕਰਨੀ ਜਾਂ ਉਹਨੂੰ ਫੋਨ ਕਰਨਾ ਕਿ ਭਾਈਆ ਤੁਹਾਨੂੰ ਵੋਟ ਦਿੱਤੇ ਨੇ, ਆ ਜਾਓ। ਤੇ ਉਹਨਾਂ ਦੇ ਕੋ ਉੱਥੇ ਲੈਣਾ ਸ਼ਹਿਣਾ ਦੀ ਨਾ ਤੇ ਕੋਈ ਪਰਵਾਹ ਹੁੰਦੀ ਸੀ, ਤੇ ਉੱਥੇ ਬੜੀ ਗੱਲ ਹੁੰਦੀ ਸੀ। ਜਦੋਂ ਕਿਤੇ ਪਾਕਿਸਤਾਨ ਵੱਲੋਂ ਇੱਧਰ ਆਉਣਾ ਹੁੰਦਾ ਸੀ ਤੇ ਉਦੋਂ ਵੀ ਕਿਤੇ 에ਅਰਪੋਰਟ ਤੇ ਜਾਓ ਤੇ ਉੱਥੇ ਤਲਕ ਵਾਸਤਾ ਹੁੰਦਾ ਸੀ, ਤੇ ਅੱਲਾ ਦਾ ਸ਼ੁਕਰ ਹੈ ਯਾਰ ਪ੍ਰੋਟੋਕੋਲ ਲੱਗ ਜਾਂਦੇ ਸਨ। ਇਹ ਜਾਣ ਡਿਆ ਤੇ ਇਹ ਆਉਣ ਡਿਆ, ਤੇ ਬੜੀ ਗੱਲ ਸੀ। ਮੈਂ ਤੇ ਆ ਤੇ ਇੱਥੇ ਗਿਆ ਹੀ ਆ ਬਹਰਹਾਲ, ਆਉਂਦਿਆਂ ਹੀ ਇੱਥੇ ਜਿਹੜਾ ਜਿੱਥੇ ਵੀ ਜਾਈਦਾ ਨਾ ਉੱਥੇ ਜੀ ਇਸ ਲਾਈਨ 'ਚ ਲੱਗੋ ਤੇ ਉਸ ਲਾਈਨ 'ਚ ਲੱਗੋ, ਕਾਹਦੀ ਚੌਧਰ ਰਹੀ। ਅਸੀਂ ਚੰਗੇ ਭਲੇ ਬੰਦੇ ਸਾਂ ਯਾਰ। ਬਸ ਉਹੋ ਹੀ ਗੱਲ ਹੈ, ਜੰਮੇ ਤੇ ਦੀਵੇ ਸਭ ਭਰਾਵਾਂ ਨਹੀਂ ਲੋ ਹੋਣ ਦਿੱਤੀ। ਗੱਲ ਤੇ ਬੜੀ ਸੀ ਉੱਥੇ, ਪਰ ਇੱਥੇ ਆ ਕੇ ਤੇ ਜਿਹੜਾ ਉਹ ਸਾਰੇ ਹੀ ਇੱਕੋ ਜਿਹੇ ਨੇ। वो आंदे थे ना भाई, एक ही सफ में खड़े हो गए महमूदो याज। ਉਹ ਉੱਥੇ ਵਾਲੀ ਗੱਲ ਤੇ ਨਹੀਂ ਹੈਗੀ। ਇੱਥੇ ਮਹਿਮੂਦੋ ਯਾਦ ਸਾਰੇ ਜਿਹੜੇ ਨਾ ਇੱਕ ਹੀ ਲਾਈਨ 'ਚ ਖਲੋਤੇ ਹੁੰਦੇ ਨੇ। ਫਿਰ ਇੱਕ ਸ਼ੈ ਜਿਹੜੀ ਹੈ ਨਾ ਮੈਨੂੰ ਇਹਨਾਂ ਦੀ ਇਹ ਬੜੀ ਚੰਗੀ ਲੱਗਦੀ ਹੈ। ਉਹ ਆਂਦੇ ਨਾ ਵੀ ਭੈਣ ਭਰਾ ਜਿਹੜੇ ਹੁੰਦੇ ਨੇ ਨਾ, ਭੈਣ ਭਰਾ ਹੁੰਦੇ ਨੇ ਆਸ ਉਮੈਦ। ਤੇ ਆਸ ਉਮੈਦ ਇੱਥੇ ਜਿਹੜਾ ਨਾ, ਕੱਲ ਮੈਂ ਬਾਹਰ ਵੇਖਿਆ ਬਾਰੀ ਥਾਣੀ ਤੇ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਖਲੋਤੀ ਤੇ ਨਾਲ ਇੱਕ 911 ਵਾਲਿਆਂ ਦੀ ਐਂਬੂਲੈਂਸ ਖਲੋਤੀ, ਤੇ ਉਹ ਹਾਰਨ ਵਜਾਉਂਦੇ ਆਏ ਤੇ ਆ ਕੇ ਤੇ ਮਿੰਟ ਲੱਗੇ 5 ਤੇ ਉਹ ਬੰਦਾ ਉਹਨਾਂ ਚੁੱਕਿਆ ਤੇ ਉਹ ਲੈ ਗਏ। ਮੈਂ ਬਾਹਰ ਨਿਕਲ ਕੇ ਵੇਖਿਆ ਉੱਥੇ ਇੱਕ ਗਿੱਲ ਸਾਹਿਬ ਸਨ, ਉਹ ਸਰਦਾਰ ਜੀ, ਤੇ ਉਹਨਾਂ ਨੂੰ ਮੈਂ ਆਖਿਆ, ਮੈਂ ਉਹ ਭਾਜੀ ਇਹ ਕੀ ਰੌਲਾ ਸੀ ਇੱਥੇ, ਬੜੀ ਲਾਲਾ ਲਾਲਾ ਹੋਈ ਸੀ। ਨਹੀਂ ਇਹ ਲਾਲਾ ਲਾਲਾ ਇੱਥੇ ਕੋਈ ਨਹੀਂ ਸੀ ਹੋਈ। ਇੱਥੇ ਇਹ ਘਰ ਚੋਂ ਬਾਬਾ ਇੱਕ ਰਹਿੰਦਾ ਸੀ, ਤੇ ਘਰ ਵਾਲਿਆਂ ਟੈਲੀਫੋਨ ਕੀਤਾ 911 ਤੇ ਕਿ ਵੀ ਇਹ ਬਿਮਾਰ ਹੈ ਤੇ ਇਹਦੇ ਸਾਨੂੰ ਦੱਸੋ ਅਸੀਂ ਕਰੀਏ ਕੀ। ਕਹਿੰਦਾ ਸੱਚੀ ਗੱਲ ਹੈ ਵੀ ਮੰਮੀ ਹੈਰਾਨ ਸਾਂ, 5-7 ਮਿੰਟ ਲੱਗੇ ਤੇ ਉਹ ਐਂਬੂਲੈਂਸ ਵੀ ਆ ਗਈ। ਮੈਂ ਕਿਹਾ ਐਂਬੂਲੈਂਸ ਤੇ ਚਲੋ ਆ ਗਈ, ਉਹਨੇ ਤੇ ਲੈ ਜਾਣਾ ਸੀ, ਤੇ ਨਾਲ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਵੱਡੀ ਹਾਰਨ ਮਾਰਦੀ ਉਹ ਕਿਉਂ ਆਈ। ਚੀਕਾਂ ਮਾਰੀ ਜਾਂਦੀ ਹਾਰਨ ਤੋਂ ਆ ਕਿਤੇ। ਉਹਨੇ ਆਖਿਆ ਭਾਈ ਜੀ ਆ ਵੇਖਿਆ ਜੇ ਬਾਹਰ ਹਰ ਘਰ ਦੇ ਨਾ ਕੋਈ 100 ਮੀਟਰ 200 ਮੀਟਰ ਦੇ ਸਾਹਮਣੇ ਇੱਥੇ ਇੱਕ ਤੇ ਲੱਗੇ ਹੁੰਦੇ ਨੇ ਹਾਈਡਰੈਂਟ, ਬਈ ਕਿਤੇ ਖੁਦਾ ਨਾ ਖਾਸਤਾ ਅੱਗ ਲੱਗ ਗਈ ਇਹਦੇ ਸਾਹਮਣੇ ਤੁਸੀਂ ਪਾਰਕਿੰਗ ਨਹੀਂ ਕਰ ਸਕਦੇ। ਔਰ ਕਿਸੇ ਵੀ ਘਰ ਦੇ ਸਾਹਮਣੇ ਆਮਣੇ ਕੋਈ ਪਾਰਕਿੰਗ ਇਹੋ ਜਿਹੀ ਨਹੀਂ ਤੁਸੀਂ ਕਰ ਸਕਦੇ ਕਿ ਜਿਹੜੀ ਰੁਕਾਵਟ ਬਣੇ ਕਿਸੇ ਦੇ ਮਰੀਜ਼ ਨੂੰ ਖੜਨ ਚ, ਜਾਂ ਕੋਈ ਐਮਰਜੈਂਸੀ ਜਿਹੜਾ ਉਹਦੇ ਨਾਲ ਨਿਬੜਨ ਵਾਸਤੇ। ਤੇ ਉਹ ਬੜੀ ਗੱਲ ਯਾਰ। ਉਹ ਤੇ ਮੈਂ ਕਹਿੰਦਾ ਫਾਇਰ ਬ੍ਰਿਗੇਡ ਦੀ ਗੱਡੀ ਆਈ ਸੀ ਕਿ ਬੰਦੇ ਦਾ ਟੈਲੀਫੋਨ ਆਇਆ ਬਈ ਉਹ ਵਿਚਾਰਾ ਪਤਾ ਨਹੀਂ ਕਿਹੜੀ ਹਾਲਤ ਵਿੱਚ ਤੇ ਉਹਨੂੰ ਲੈ ਕੇ ਜਾਣਾ, ਤੇ ਜਾਂਦੇ ਨੂੰ ਅਗਰ 2-3 ਕਾਰਾਂ ਅੱਗੇ ਖਲੋਤੀਆਂ ਹੋਣ ਤੇ ਬੰਦਾ ਉਹਨੂੰ ਕੱਢ ਹੀ ਨਾ ਸਕੇ, ਤੇ ਮਿੰਟ 2-3 ਵੀ ਆਇਆ ਤੇ ਬੰਦਾ ਗਾਂ ਟੁਰ ਜੇ। ਆਖੇ ਯਾਰ ਬੜੀ ਗੱਲ ਹੈ ਭੈਣ ਭਰਾ ਜਿਹੋ ਜੇ। ਹੁਣ ਫਿਰ ਇਹ ਫਾਇਰ ਬ੍ਰਿਗੇਡ ਵਾਲੇ 911 ਵਾਲੇ ਤੇ ਸਾਡੇ ਭੈਣ ਭਰਾ ਹੋਵੇ ਨਾ, ਤੇ ਰਿਸ਼ਤੇ ਤੇ ਇਸੇ ਗੱਲ ਦੇ ਹੀ ਹੁੰਦੇ ਨੇ। ਸਾਂਝ ਦੇ ਕਿ ਜਦੋਂ ਕੋਈ ਔਖ ਭੀੜ ਦਾ ਵੇਲਾ ਹੋਵੇ ਤੇ ਉਸ ਵੇਲੇ ਇਹ ਸਾਡੀ ਗੱਲ ਸੁਣਨ। ਉਹ ਇਹ ਗੱਲਾਂ ਹਾਲੀ ਕਰਦੇ ਹੀ ਸਨ, ਤੇ ਮੈਂ ਵੇਖਿਆ, ਮੈਂ ਆਖਿਆ ਵੀ ਉੱਥੇ ਸਾਹਮਣੇ ਆ ਕੇ ਨਾ ਇੱਕ ਲਾਰੀ ਖਲੋਤੀ। ਉਹ ਲਾਰੀ ਦੇ ਵਿੱਚੋਂ ਜਨਾਬ ਉਹਨੇ ਉਹ ਲਾ ਕੇ ਉਹਨੇ ਜਿਹੜਾ ਫੁੱਟਪਾਥ ਦੇ ਲਾਗੇ ਤੇ ਉਹਨੇ ਸਵਾਰੀ ਲਾਉਣੀ ਸੀ ਕੋਈ। ਐਵੇਂ ਮੇਰਾ ਧਿਆਨ ਪਿਆ ਤੇ ਮੈਂ ਆਖਿਆ ਬਈ ਉਹ ਸਵਾਰੀ ਕਿਵੇਂ ਲਾਉਣ ਡਿਆ। ਉਹ ਪਹਿਲੋਂ ਜਿਹੜਾ ਬੂਹਾ ਸੀ ਨਾ ਇਹਦਾ ਲਾਰੀ ਦਾ ਬੱਸ ਦਾ, ਉਹਦੇ ਵਿੱਚੋਂ ਪਤਾ ਨਹੀਂ ਕੋਈ ਇਹੋ ਜਿਹੀ ਕੋਈ
ਫੱਟਾ ਜਿਹਾ ਨਿਕਲਿਆ ਲੋਹੇ ਦਾ, ਆਟੋਮੈਟਿਕ ਉਹਨੂੰ ਡਰਾਈਵਰ ਨੇ ਕੋਈ ਬਟਨ ਦਬਿਆ, ਉਹ ਬਾਹਰ ਨਿਕਲ ਆਇਆ। ਉਹਦੇ ਥਾਣੀ ਉਹ ਆਪ ਹੀ ਇੱਕ ਵੀਲ ਚੇਅਰ ਤੇ ਬਾਬਾ ਜਿਹੜਾ ਸੀ ਨਾ, ਉਹਨੇ ਆਪਣੀ ਗੱਡੀ ਉਹਦੇ ਤੇ ਆਰਾਮ ਨਾਲ ਲਾਤੀ। ਮੈਂ ਉਹਦੇ ਕੋਲ ਚਲਾ ਗਿਆ, ਮੈਂ ਕਿਹਾ ਯਾਰ 1 ਮਿੰਟ ਮੈਨੂੰ ਦੱਸ ਬਈ ਇਹ ਕਿਉਂ ਤੁਸੀਂ ਲਾਉਂਦੇ ਹੋ? ਆਂਦੇ ਯਾਰ ਪਿਓ ਸਾਂਝੇ ਹੁੰਦੇ ਨੇ, ਮਾਵਾਂ ਸਾਂਝੀਆਂ ਹੁੰਦੀਆਂ ਨੇ, ਤੇ ਇਹ ਸਾਡੀ ਕੋਈ ਬੱਸ ਇੱਥੇ ਨਹੀਂ ਹੈਗੀ ਇਹੋ ਜਿਹੀ ਕੈਨੇਡਾ ਦੇ ਵਿੱਚ ਅਸੀਂ ਜਿੱਥੇ ਰਹਿੰਦੇ ਆ ਕਿ ਜਿਹਦੇ ਵਿੱਚ ਇਹ ਨਾ ਲੱਗਾ ਹੋਵੇ। ਇਹ ਲੱਗਾ ਹੁੰਦਾ ਤੇ ਉਹਦੇ ਨਾਲ ਇਹ ਹੁੰਦਾ ਕਿ ਅਗਰ ਕਿਸੇ ਨੇ, ਇੱਕ ਤੇ ਆ ਜਿਹੜੇ ਹੁੰਦੇ ਨਾ ਵੀਲ ਚੇਅਰ ਵਾਲੇ, ਇਹ ਭਜਾਈ ਫਿਰਦੇ ਨੇ ਵੀਲ ਚੇਅਰ ਆਪਣੀਆਂ ਹੀ, ਉਹ ਬਿਜਲੀ ਤੇ ਚੱਲਦੀਆਂ ਜਾਂ ਬੈਟਰੀ ਤੇ ਚੱਲਦੀਆਂ ਨੇ, ਚਾਰਜ ਹੁੰਦੀਆਂ ਨੇ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਉਹ ਬਟਨ ਉਹਨਾਂ ਦੇ ਹੱਥ 'ਚ ਹੁੰਦਾ, ਭਜਾਈ ਫਿਰਦੇ ਨੇ, ਭਜਾਈ ਫਿਰਦੇ ਨੇ ਉਹਨੂੰ। ਉਹ ਬੱਸਾਂ ਤੇ ਵੀ ਆਪੇ ਚੜ ਜਾਂਦੇ ਨੇ, ਬੱਸਾਂ ਕੋਲ ਸਾਹਮਣੇ ਖਲੋਂਦੇ ਨੇ ਜਾ ਕੇ, ਉਹ ਬੱਸ ਵਾਲਾ ਜਿਹੜਾ ਉਹ ਫੱਟਾ ਜਿਹਾ ਥੱਲੇ ਕਰ ਦਿੰਦਾ, ਉਸ ਤੋਂ ਬਾਅਦ ਉਹ ਵੀਲ ਚੇਅਰ ਲਾਰੀ ਦੇ ਵਿੱਚ ਚਲੀ ਜਾਂਦੀ ਹੈ। ਉਹ ਫਿਰ ਫੱਟੇ ਨੂੰ ਵਾਪਸ ਕਰ ਲੈਂਦਾ, ਜਿੱਥੇ ਜਾ ਕੇ ਉਤਰਨਾ ਹੈ ਫੁੱਟਪਾਥ ਦੇ ਬਰਾਬਰ ਲਿਆ ਕੇ ਤੁਹਾਨੂੰ ਫਿਰ ਇਸ ਤਰ੍ਹਾਂ ਕਰ ਲੈਂਦੇ ਨੇ। ਇੱਕ ਹੋਰ ਨਵਾਂ ਕੰਮ ਆ, ਅਸੀਂ ਸਾਈਕਲ ਧਰ ਰਹੇ ਛੱਤਾਂ ਤੇ, ਉਹ ਲਾਰੀਆਂ ਦੀਆਂ ਛੱਤਾਂ ਤੇ ਜੀ ਛੱਤ ਤੇ ਸਮਾਨ ਧਰ ਲਓ। ਉਹ ਸਾਈਕਲਾਂ ਦਾ ਇੱਥੇ ਬੜਾ ਕੰਮ ਸਿੱਧਾ ਹੈ, ਲੋਕੀ ਦੂਰੋਂ ਦੂਰੋਂ 5-5 7-7 ਕਿਲੋਮੀਟਰ ਤੋਂ ਆਉਂਦੇ ਨੇ, ਤੇ ਲਾਰੀ ਦੇ ਅੱਗੇ ਇੱਕ ਨਾ ਜਿਹੜਾ ਰੈਂਚ ਜਿਹਾ ਲੱਗਾ ਹੁੰਦਾ ਉਹਦੇ ਵਿੱਚ ਨਾ ਉਹ ਸਾਈਕਲ ਨੂੰ ਉੱਤੇ ਲਾਉਂਦੇ ਨੇ, ਤੇ ਉਹ ਰੈਂਚ ਆਪਣੇ ਵੱਲ ਖਿੱਚ ਕੇ ਰੱਖਦੇ ਤੇ ਉਹਨੂੰ ਆਂਦੇ ਨੇ ਚੱਲ ਭਾਈ ਚੜ ਜਾ, ਜਿੱਥੇ ਉਤਰੇਗਾ ਨਾ ਉੱਥੋਂ ਜਾ ਕੇ ਤੇ ਸਾਈਕਲ ਲਾ ਲਈ, ਤੇ ਉਹ ਕੰਮ ਜਿਹੜਾ ਤੇਰਾ ਸਿੱਧਾ ਹੋ ਜਾਏਗਾ। ਅੱਛਾ ਖੈਰ ਇਹ ਤੇ ਗੱਲਾਂ ਸੁਣਨਾ ਇੱਥੋਂ ਦੀਆਂ। ਉਹ ਮੈਨੂੰ ਚੇਤਾ ਆਇਆ, ਉਹ ਜਿਹੜੇ ਬਾਬੇ ਨੇ ਗੱਲ ਕੀਤੀ ਨਾ ਵੀ ਇੱਥੇ ਉਹ ਗੱਲ ਨਹੀਂ ਹੈਗੀ ਕਿ ਤੁਸੀਂ ਉੱਥੇ ਪਿਛਾਂ ਉੱਥੇ ਚੀਕਾਂ ਮਾਰਦੇ ਰਹੋ ਤੇ ਉੱਥੇ ਤੁਹਾਡੇ ਕੋਲ ਸੁਣੇ ਕੋਈ ਨਾ, ਤੇ ਤੁਹਾਨੂੰ ਇਹ ਵੀ ਨਾ ਪਤਾ ਹੋਵੇ ਕਿ ਅਸੀਂ ਚਾਹੀਏ ਕਿੱਥੇ ਰਾਤ ਬਰਾਤੇ। ਇੱਥੇ ਆ ਜਿਹੜਾ ਤੁਹਾਡਾ ਭਾਈ 911 ਨੇ ਨਾ, ਜਾਂ ਭੈਣ 911 ਨੇ, ਉੱਥੇ ਹੁਣ 11-22 ਇੱਕ ਆਇਆ ਤੇ ਹੈ ਸਾਡੇ ਪਾਕਿਸਤਾਨ ਵਿੱਚ, ਪਰ ਉਹ ਉਹਨਾਂ ਦੀ ਵੀ ਮਿਹਰਬਾਨੀ, ਬੜਾ ਕੰਮ ਕਰਦੇ ਨੇ। ਉਹ ਜਿਹੜਾ ਇੱਥੇ ਆ 911 ਵਾਲਾ ਜਿਹਨਾ ਤੇ ਕਮਾਲ ਹੀ ਕਰ ਛੱਡਦੇ ਨੇ। ਉਹ ਹੁਣ ਜੋ 11-22 ਵਾਲਿਆਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਖੜਨਾ ਕਿੱਧਰ ਹੈ, ਉਹ ਬਸ ਅੱਲਾ ਦੀ ਸਪੁਰਦ ਜੇ ਕੋਈ ਨਸੀਬਾਂ ਨਾਲ ਬਚ ਗਿਆ। ਲੇਕਿਨ ਤਾਂ ਵੀ ਜਿਹੜੀ ਚੰਗੀ ਸ਼ੈ ਉਹ ਚੰਗੀ ਸ਼ੈ, ਉਹਦੀ ਤਾਰੀਫ ਕਰਨੀ ਚਾਹੀਦੀ ਹੈ। ਚੀਕਾਂ ਤੋਂ ਮੈਨੂੰ ਗੱਲ ਯਾਦ ਆ ਗਈ, ਇਹ ਤੁਹਾਨੂੰ ਪਤਾ ਹੈ ਪੰਜਾਬੀ ਚ ਉਹ ਅਖਾਣ ਨੇ ਨਾ ਕਿ ਮਰਦਾਂ ਬਲਦਾਂ ਘੋੜਿਆਂ ਤੇ ਕੰਮ ਪਹਿਣ ਵਾਲੇ, ਠੀਕ ਹੈ। ਤੇ ਦੂਸਰਾ ਇੱਕ ਹੋਰ ਵੀ ਅਖਾਣ ਹੈ ਕਿ ਮਰਦਾਂ ਨੂੰ ਗਿੱਟੇ ਗਿੱਟੇ ਤੇ, ਉਹ ਵਿੱਚੋਂ ਅਗਲਾ ਲਫ਼ਜ਼ ਮੈਂ ਨਹੀਂ ਕਰਦਾ, ਮੈਂ ਬੁਜ਼ਦਿਲ ਕਹਿ ਲੈਣਾ, ਮਰਦਾਂ ਨੂੰ ਹਰ ਥਾਂ ਗਿੱਟੇ ਗਿੱਟੇ ਤੇ ਉਹਨਾਂ ਨੂੰ ਹਰ ਥਾਂ ਡੋਬੂ। ਉਹ ਉਹਨਾਂ ਨੂੰ ਤੁਸੀਂ ਆਪੇ ਪੂਰ ਕਰ ਲਿਓ। ਇਸ ਤਰ੍ਹਾਂ ਉਹ ਮੈਂ ਨਾ ਵੀ ਹੈ ਚੈਨਲ ਤੋਂ ਵੀਡੀਓ ਨਾ ਲਾ ਦੇਣ ਵੀ ਇਹ ਮੈਂ ਵਲਗੈਰਿਟੀ ਤਾਂ ਕਰਨਾ। ਤੇ ਇਹ ਇੱਥੇ ਗੌਰ ਕਰੀਏ ਨਾ, ਤੇ ਪਿੰਡਾਂ ਥਾਵਾਂ ਤੇ ਸ਼ਰੀਕਾਂ ਨਾਲ ਲੜਾਈਆਂ ਇਹ ਵੋ। ਤੇ ਮੈਂ ਇੱਕ ਵਾਰੀ ਇਹੋ ਜਿਹਾ ਵੇਲਾ ਆਇਆ, ਤੇ ਮੈਂ ਉਹਨੂੰ ਆਖਿਆ ਟੈਲੀਫੋਨ ਕਰਕੇ ਨਾ ਬੰਦੇ ਨੂੰ, ਆਪਣੇ ਯਾਰ ਨੂੰ, ਉਹ ਮੈਂ ਆਖਿਆ ਔਖਾ ਵੇਲੇ ਭਾਰੇ ਵੇਲੇ ਆ ਜਾਂਦੇ ਨੇ ਤੇ ਚੀਕਾਂ ਨਾ ਮਾਰੀ। ਯਾਰ ਉਹਨੇ ਬੜੀ ਸਿਆਣੀ ਗੱਲ ਕੀਤੀ, ਉਹ ਮੈਨੂੰ ਹਾਲੇ ਤੱਕ ਯਾਦ ਆਉਂਦਾ ਵੀ ਹੱਥ ਹੀ ਮੁੱਕ ਗਈ। ਉਹਨੇ ਕਿਹਾ ਲਾਲਾ ਚੀਕਾਂ ਮਾਰੀ ਦੀਆਂ ਨਹੀਂ, ਚੀਕਾਂ ਨਿਕਲ ਜਾਂਦੀਆਂ ਨੇ। ਭਾਈ ਬੜਾ ਉਹਨੇ ਤੇ ਸੱਚੀ ਗੱਲ ਹੈ ਕਿ ਮੈਨੂੰ ਬੋਲਣ ਜੋਗਾ ਨਾ ਛੱਡਿਆ। ਮੈਂ ਕਿਹਾ ਗੱਲ ਤੇ ਤੇਰੀ ਠੀਕ ਹੈ। ਪਾਕਿਸਤਾਨ ਹੈ ਜਾਂ ਇੰਡੀਆ ਜਾਂ ਜਿਹੜੇ ਮੁਆਸ਼ਰੇ ਨੇ ਨਾ, ਜਿੱਥੇ ਆਂਦੇ ਨੇ ਤਗੜੇ ਦਾ 70-20 100, ਉੱਥੇ ਵੀ ਲੋਕੀ ਚੀਕਾਂ ਮਾਰਦੇ ਨਹੀਂ, ਉਹਨਾਂ ਦੀਆਂ ਚੀਕਾਂ ਨਿਕਲਦੀਆਂ ਨੇ। ਕੋਈ ਸ਼ੌਕ ਨਾਲ ਵੀ ਚੀਕ ਮਾਰਦਾ, ਕਦੀ ਨਹੀਂ ਮਾਰਦਾ, ਇਸ ਵਾਸਤੇ ਕਿ ਉੱਥੇ ਕੋਈ ਨਾ ਕੋਈ ਪਰ ਛਿੱਤਰ ਪੋਲਾ ਹੁੰਦਾ ਰਹਿੰਦਾ, ਹੂਰਾ ਮੁੱਕੀ ਚੱਲਦਾ ਰਹਿੰਦਾ। ਜਿਹੜਾ ਜੰਗਲ ਦਾ ਕਾਨੂੰਨ ਇੱਧਰ ਉਹ ਲੈ ਗਿਆ, ਇੱਧਰ ਉਹ ਲੈ ਗਿਆ। ਪਰ ਇਹ ਕੋਈ ਪਹਿਲੀ ਵਾਰੀ ਸਾਡੇ ਨਾਲ ਨਹੀਂ, ਇੱਥੇ 200-250 ਸਾਲ ਪਹਿਲਾਂ ਅਮਰੀਕਾ ਕੈਨੇਡਾ ਜਿਹੜੇ ਅੱਜ ਬੜੇ ਚੌਧਰੀ ਬਣੇ ਨੇ ਨਾ, ਇਹਨਾਂ ਵਿੱਚ ਵੀ ਇਸੇ ਤਰ੍ਹਾਂ ਹੀ ਸੀ। ਉਂਝ ਅਖੇ ਜੇ ਚੌਧਰੀ ਦੀ ਗੱਲ ਕਰਦੇ ਹੋ ਨਾ, ਤੇ ਚੌਧਰੀ ਉਹ ਹੀ ਹੈ ਜਿਹਦੀ ਕੋਈ ਪਸਲੀ ਸਹਿੰਦੀ ਹੈ, ਤੇ ਜੇ ਉਹ ਉਹਦੇ ਘਰ ਖਾਣ ਨੂੰ ਦਾਣੇ ਨਹੀਂ, ਤੇ ਫਿਰ ਉਹ ਕਾਹਦਾ ਚੌਧਰੀ ਹੈ। ਉਹ ਆਂਦੇ ਨਾ ਉਹਦੇ ਕਮਲੇ ਵੀ ਸਿਆਣੇ ਜਿਹਦੇ ਘਰ ਖਾਣ ਨੂੰ ਦਾਣੇ। ਤੇ ਇਹ ਗੱਲ ਤੇ ਠੀਕ ਹੈ। ਅਸੀਂ ਕਈ ਵਾਰੀ ਇਹ ਸਿਆਸੀ ਪਾਰਟੀਆਂ ਦੀ ਗੱਲ ਕਰਨੇ ਆ, ਬੜੇ ਫਖਰ ਨਾਲ ਗੱਲ ਕਰਨੇ ਆ ਕਿ ਮੈਂ ਮੁਸਲਿਮ ਲੀਗ, ਦੂਸਰਾ ਆਂਦਾ ਮੈਂ ਪੀਪਲ ਪਾਰਟੀ, ਤੀਸਰਾ ਆਂਦਾ ਮੈਂ ਜਮੀਅਤ ਉਲਮਾ ਇਸਲਾਮ, ਚੌਥਾ ਆਂਦਾ ਮੈਂ ਜਮੀਅਤ ਉਲਮਾ ਪਾਕਿਸਤਾਨ, ਪੰਜਵਾਂ ਆਂਦਾ ਮੈਂ ਜਮਾਤ ਇਸਲਾਮੀ, ਛੇਵਾਂ ਆਂਦਾ ਮੈਂ MQM, ਸੱਤਵਾਂ ਕੁਝ ਤੇ ਅੱਠਵਾਂ ਕੁਝ ਤੇ ਨਵਾਂ ਕੁਝ। ਉਹ ਉਸ ਪਾਰਟੀ ਤੇ ਮੈਂ ਨਾਂ ਨਹੀਂ ਜਾਣ ਕੇ ਲੈਣ ਡਿਆ, ਇੱਥੇ ਵੀ ਆ ਉਹਨਾਂ ਦਾ ਹੱਥ ਥੱਪੜ ਸਕਦਾ, ਐਵੇਂ ਤਾਂ ਦਾ ਤਾਂ ਹੀ ਚੁੱਕ ਲੈਣ, ਉਹਦਾ ਕੋਈ ਫਾਇਦਾ। ਗੱਲ ਤੁਸੀਂ ਸਾਰੇ ਬੜੇ ਸਿਆਣੇ ਸਮਝਦੇ ਹੋ ਇਸ ਨੂੰ, ਉਹਦਾ ਮੈਂ ਨਾ ਜਾਣ ਕੇ ਨਹੀਂ ਲਿਆ। ਦੂਸਰੀ ਨਾਂ ਲੈਣ ਦੀ ਵਜ੍ਹਾ ਵੀ ਹੈ ਕਿ ਹਾਲੀ ਪਹਿਲੀ ਵਾਰੀ
ਉਹ 40 ਸਾਲਾਂ ਵਿੱਚੋਂ ਪਿਛਲੇ 3 ਸਾਲ ਤੋਂ ਤੇ ਉਹ ਅੱਗੇ ਪਿੱਛੇ ਹਕੂਮਤ ਚ ਆਏ, ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਨਾ ਉਹ ਤੇ ਹੁਣ ਕਰਨ ਡਏ ਨੇ ਚੌਧਰੀ, ਤੇ ਉਹਨਾਂ ਨੂੰ ਸਮਝ ਲੱਗਣ ਡਈ ਕੀ ਹਿਸਾਬ ਕਿਤਾਬ ਹੁੰਦਾ ਹੈ। ਬਹਰਹਾਲ ਜਿਵੇਂ ਜਿਵੇਂ ਉਹ ਹਿਸਾਬ ਕਿਤਾਬ ਕਰਨ ਡਏ ਨਾ ਤਿਵੇਂ ਤਿਵੇਂ ਗੱਲ ਵੱਧਦੀ ਹੈ ਪਈ, ਗੱਲ ਘਟਦੀ ਨਹੀਂ। ਤੇ ਸਿਆਣਿਆਂ ਬਣਨਾ ਚਾਹੀਦਾ, ਸੋਚਣਾ ਚਾਹੀਦਾ ਇਸ ਗੱਲ ਦਾ ਕਿ ਵੀ ਇਹ ਕਿਵੇਂ ਜਿਹੜਾ ਕੰਮ ਚੱਲਦਾ ਹੈ। ਲੇਕਿਨ ਉਹ ਜਿਹੜੇ ਸਿਆਣਿਆਂ ਨੇ ਗੱਲਾਂ ਕੀਤੀਆਂ ਨੇ ਨਾ, ਗੱਲਾਂ ਕਦੀ ਝੂਠੀਆਂ ਨਹੀਂ ਹੋ ਸਕਦੀਆਂ। ਉਹ ਜਿਹੜੇ ਉਹਨਾਂ ਨੇ ਅਖਾਣ ਕੱਢੇ ਹੁੰਦੇ ਹਨ ਸਿਆਣਿਆਂ ਨੇ, ਕਹਿੰਦੇ ਜੀ ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ, ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਅੰਤ ਮਰਿੰਦੀਆਂ ਨੇ। ਬੱਲੇ ਬੱਲੇ ਬੱਲੇ, ਕਿੱਡੀ ਘਾਟ ਕੱਢੀ ਹੈ ਯਾਰ। ਮਕਸਦ ਇਹ ਕਿ ਊਚ ਨੀਚ ਜਿਹੜੀ ਹੈ ਨਾ, ਯਾਰੀ ਤੁਸੀਂ ਲਾਓ ਬੰਦੂਕਾਂ ਵਾਲਿਆਂ ਨਾਲ, ਯਾਰੀ ਤੁਸੀਂ ਲਾਓ ਕਿਸੇ ਆਪਣੇ ਤੋਂ ਬਹੁਤ ਤਗੜੇ ਨਾਲ, ਤੇ ਇਹ ਬੰਦੂਕ ਤੁਹਾਡੇ ਵੱਲ ਵੀ ਤੇ ਕਦੀ ਮੋੜ ਹੀ ਸਕਦੀ ਹੈ ਨਾ। ਇਸ ਵਾਸਤੇ ਯਾਰੀ ਵੀ ਲਾਓ ਤੇ ਉੱਥੇ ਲਾਓ ਜਿਹੜਾ ਤੁਹਾਡੇ ਵਰਗਾ ਹੋਵੇ, ਜਿਹੜਾ ਤੁਹਾਡੇ ਵਰਗਾ ਨਾ ਹੋਵੇ। ਉਤੋਂ ਉੱਚੀਆਂ ਥਾਵਾਂ ਤੇ ਜਿਹੜਾ ਨਾ ਯਾਰੀਆਂ ਲਾਉਣ ਨਾਲ ਜਿਹੜਾ ਨਾ ਉਹ ਇਸੇ ਤਰ੍ਹਾਂ ਹੀ ਨੇ ਕਿ ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਅੰਤ ਮਰਿੰਦੀਆਂ ਨੇ। ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਜਿਹੜੀਆਂ ਪਾਣੀ ਸ਼ੇਰ ਦੀ ਜੂਹ ਚੋਂ ਪੀਂਦੀਆਂ ਨੇ। ਕਦੀ ਸ਼ੇਰ ਤੇ ਹਰਨੀ ਕਦੀ ਇਹ ਇੱਕ ਥਾਂ ਤੋਂ ਪਾਣੀ ਪੀ ਸਕਦੇ ਨੇ? ਉਹ ਸ਼ੇਰ ਸ਼ਿਕਾਰੀ ਏ, ਉਹ ਹਰਨ ਗੋਸ਼ਤ ਤੇ ਉਹਦਾ ਏ, ਉਹਦੀ ਖੁਰਾਕ ਏ। ਉਹ ਜਿੱਥੇ ਪਾਣੀ ਪੀਣ ਜਾਏਗੀ ਉਹ ਫੜ ਲੈਣਗੇ। ਹਾਂ ਇੱਕ ਹੈ ਕਿ ਵਕਤ ਗੁਜ਼ਰਨ ਦੇ ਨਾਲ ਨਾਲ ਜਿਹੜਾ ਨਾ ਇਹ ਪਾਲਤੂ ਵੀ ਹੋ ਗਏ ਨੇ ਸ਼ੇਰ, ਪਾਲਤੂ ਹਰਨੀਆਂ ਵੀ ਹੋ ਗਈਆਂ, ਜੰਗਲੀ ਰਹੇ ਹੀ ਨਹੀਂ। ਇਹ ਜੰਗਲੀਆਂ ਦਾ ਤਾਂ ਫਿਰ ਵੀ ਕਾਨੂੰਨ ਹੁੰਦਾ ਵੀ ਤਗੜੇ ਦੇ ਨਾਲ ਹੀ ਹੋ ਜਾਓ। ਤੇ ਹੁਣ ਹੌਲੀ 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 ਸ਼ੇਰ ਵੀ ਉਹ ਸਰਕਸ ਤੇ ਹੀ ਸ਼ੇਰ ਬਣ ਗਏ ਨੇ, ਤੇ ਹਰਨੀਆਂ ਵੀ ਜਿਹੜੀਆਂ ਚਾਰ ਚਫੇਰੇ ਟੁਰੀਆਂ ਫਿਰਦੀਆਂ ਨੇ, ਉਹ ਅਸੀਂ ਵਹਿੰਦੇ ਹਾਂ ਸੋਸ਼ਲ ਮੀਡੀਆ ਤੇ, ਉਹਨੂੰ ਕੁਝ ਵੀ ਨਹੀਂ ਆਂਦੇ। ਇਹਦਾ ਮਤਲਬ ਹੈ ਯਾਰ ਤੇ ਸ਼ੇਰ ਰੱਜ ਪੁੱਜ ਗਿਆ, ਤੇ ਜਾਂ ਇਹ ਆ ਕਿ ਉਹ ਹਰਨੀਆਂ ਜਿਹੜੀਆਂ ਨੇ ਉਹਨਾਂ ਨੇ ਮਿੰਤਰਲਾ ਕਰਕੇ ਤੇ ਆਪਣਾ ਤਿੰਡ ਕੱਢਦੀਆਂ ਨੇ ਕਿ ਬਾਬਾ ਜੀ ਤੁਹਾਡੇ ਨਾਲ ਸਾਡਾ ਕਾਹਦਾ ਰੌਲਾ ਹੈ, ਤੁਸੀਂ ਆਪਣੇ ਘਰ ਖੁਸ਼ ਤੇ ਅਸੀਂ ਆਪਣੇ ਘਰ ਖੁਸ਼। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਚੇਤਾ ਜਿਹੜੀਆਂ ਕਰਾਉਂਦੇ ਆ ਪੁਰਾਣੀਆਂ ਗੱਲਾਂ, ਕਿ ਬੈਠਕਾਂ ਦੇ ਵਿੱਚ ਅਸੀਂ ਬਹਿ ਕੇ ਤੇ ਕੀ ਕੁਝ ਕਰ ਰਹੇ ਸਾਂ, ਅਸੀਂ ਪੂਰੇ ਦਿਨ ਦੇ ਹਾਲਾਤ, ਪੱਠੇ ਬੀਜੇ ਨਹੀਂ, ਕਿਵੇਂ ਬੀਜੇ ਨਹੀਂ, ਮਾਲ ਡੰਗਰ ਦਾ ਕੀ ਹਾਲ ਨਹੀਂ, ਧਾਰਾਂ ਕੱਢੀਆਂ ਨਹੀਂ, ਦੁੱਧ ਕਿਵੇਂ ਆ। ਇਹ ਉਦੋਂ ਸਾਡੀਆਂ ਜਿਹੜੇ ਜਿਹੜੇ ਉੱਥੇ ਜੰਮੇ ਪਲੇ ਨਾ, ਉਹਨਾਂ ਨੂੰ ਪਤਾ ਸੀ ਕਿ ਸਾਡਾ ਜਿੱਥੇ ਆਹ ਰੋਟੀ ਖਾਣ ਡਏ ਆ ਨਾ, ਇਹ ਪਿੰਡੋਂ ਰੋਟੀ ਟੁਰੀ ਕਿੱਥੋਂ ਏ ਤੇ ਸਾਡੇ ਤੱਕ ਕੱਪੜੀ ਕਿੱਥੋਂ ਏ। ਇਹ ਦੁੱਧ ਅਸੀਂ ਜਿਹੜਾ ਸਾਹਮਣੇ ਰੱਖ ਕੇ ਪੀਣ ਡਏ ਆ ਨਾ, ਤੇ ਫਿਰ ਮੁੱਛਾਂ ਨੂੰ ਵੱਟ ਦਿੰਦੇ ਆ, ਇਹ ਦੁੱਧ ਟੁਰਿਆ ਕਿੱਥੋਂ ਏ ਤੇ ਆਇਆ ਕਿੱਥੋਂ ਏ। ਫਿਰ ਕਦੀ ਬੰਦਾ ਇਹ ਤੇ ਵੀ ਸੋਚਦਾ ਸੀ ਕਿ ਵਾਹ ਰੱਬਾ, ਇਹ ਦੁੱਧ ਦੀਆਂ ਮਸ਼ੀਨਾਂ ਤੂੰ ਬਣਾਈਆਂ ਕਿੱਥੋਂ ਨੇ ਤੇ ਕਿਵੇਂ ਬਣਾਈਆਂ ਨੇ। ਇੱਕ ਪਾਸਿਓਂ ਅਸੀਂ ਉਸ ਮਸ਼ੀਨ ਨੂੰ ਪੱਠੇ ਪਾਉਨੇ ਆ, ਦੂਸਰੇ ਪਾਸੇ ਗੋਹਾ ਨਿਕਲਦਾ, ਤੀਸਰੇ ਪਾਸੇ ਦੁੱਧ ਨਿਕਲਦਾ। ਇਹ ਅੱਲਾ ਦੀਆਂ ਸ਼ਾਨਾਂ ਨੇ। ਇਸ ਵਾਸਤੇ ਇਹਨਾਂ ਸਾਰੀਆਂ ਚੀਜ਼ਾਂ ਤੇ ਅੱਲਾਹ ਤਾਲਾ ਬਾਰ ਬਾਰ ਦਾਵਤ ਦਿੰਦੇ ਨੇ ਕਿ ਸੋਚੋ ਤੇ ਇਹਨਾਂ ਤੇ ਗੌਰ ਕਰੋ। ਅੱਜ ਗੱਲਾਂ ਤੇ ਬੜੀਆਂ ਕਰਨ ਵਾਲੀਆਂ ਨੇ, ਸੱਚੀ ਗੱਲ ਹੈ। ਮੈਂ ਜਿਵੇਂ ਅੱਗੇ ਸ਼ੁਰੂ ਦੱਸਿਆ ਨਾ, ਮੈਂ ਇੱਥੇ ਖੋਬੇ ਚ ਫਸਿਆ ਥੋੜਾ ਜਿਹਾ। ਆ ਮੈਨੂੰ ਪਹਿਲੋਂ ਤਾਂ ਇਹਦੀ ਚੱਜ ਹੀ ਨਹੀਂ ਸੀ ਆਉਂਦਾ, 2 ਮਹੀਨੇ ਲੱਗ ਗਏ ਮੈਨੂੰ। ਅੱਜ ਨੂੰ ਆਂਦੇ ਨਾ ਥੰਬਨੇਲ, ਥੰਬਨੇਲ ਦਾ ਮੈਂ ਪਹਿਲੋਂ ਤਰਜਮਾ ਲੱਭਦਾ ਰਿਹਾ। ਉਹ ਜਿਹੜੀ ਡਿਕਸ਼ਨਰੀ ਤੋਂ ਪੁੱਛਣਾ ਸੀ, ਥੰਬ ਦਾ ਮਤਲਬ ਅੰਗੂਠਾ ਤੇ ਨੇਲ ਦਾ ਮਤਲਬ ਨਹੁੰ। ਹੁਣ ਥੰਬਨੇਲ ਦਾ ਹੁਣ ਆ ਕੇ ਮੈਨੂੰ ਪਤਾ ਲੱਗਾ ਵੀ ਆ ਜਿਹੜਾ YouTube ਜਿਹੜੀ ਹੈ ਨਾ, ਜਿਹਦਾ ਵੀਡੀਓ ਬਣਾਈ ਦੀ ਹੈ, ਇਹਦੇ ਉੱਤੇ ਜਿਹੜੀ ਤੁਸੀਂ ਪਹਿਲਾ ਸਫਾ ਇਹਦਾ ਹੁੰਦਾ ਨਾ, ਉਹ ਜਿਹੜਾ ਇਸ਼ਤਿਹਾਰ ਹੁੰਦਾ ਜਾਂ ਨਾਂ ਹੁੰਦਾ, ਤਾਰਫ ਹੁੰਦਾ, ਉਹਨੂੰ ਥੰਬਨੇਲ ਆਂਦੇ ਨੇ। ਬਈ ਬੜੀ ਗੱਲ ਹੈ, ਇਹ ਮੈਂ ਹੁਣ ਬਣਾ ਲਿਆ ਜੇ। ਭਲਾ ਹੋਇਆ ਕੈਨਵਾ ਵਾਲਿਆਂ ਦਾ। ਇਹ ਕੈਨਵਾ ਇੱਕ ਐਪ ਹੈਗਾ, ਇਹਦੇ ਵਿੱਚ ਤੇ ਯਾਰ ਬੜਾ ਹੀ ਕੁਝ। ਤੁਸੀਂ ਆਪਣਾ ਕਾਰੋਬਾਰ ਕਰਨਾ ਹੈ, ਤੁਸੀਂ ਤਸਵੀਰਾਂ ਬਣਾਉਣੀਆਂ, ਕਾਰਟੂਨ ਬਣਾਉਣੇ ਨੇ, ਖਤ ਪੱਤਰ ਲਿਖਣਾ ਹੈ, ਤੁਸੀਂ ਆਪਣੇ ਵਿਜ਼ਿਟਿੰਗ ਕਾਰਡ ਬਣਾਉਣੇ ਨੇ, ਕੋਈ ਕਾਰੋਬਾਰ ਨਵਾਂ ਕਰਨਾ ਹੈ, ਤੁਸੀਂ ਇਹ ਜਿਹੜਾ ਅੰਗੂਠਾ ਤੇ ਨਹੁੰ ਬਣਾਉਣਾ ਥੰਬਨੇਲ, ਤੁਸੀਂ ਇਹਦੇ ਚ ਬਣਾਓ। ਤੇ ਇਹ ਬੜੀਆਂ ਸਹੂਲਤਾਂ ਨੇ ਇੱਥੇ। ਇਹ ਹੁਣ 2-3 ਮਹੀਨਿਆਂ ਬਾਅਦ ਜਿਹੜਾ ਨਾ ਮੇਰੀ ਅੱਖ ਖੁੱਲਣ ਡਈ ਹੈ ਕਿ ਯਾਰ ਇਹ ਕੰਮ ਤੇ ਚੰਗਾ ਹੈ। ਤੇ ਹੁਣ ਪੰਜਾਬੀ ਦੇ ਵੀਲੌਗ ਦੇ ਨਾਲ ਨਾਲ ਜ਼ਾਹਿਰ ਹੈ ਮੈਂ ਦੂਜਾ ਵੀ ਵੀਲੌਗ ਕਰਨਾ, ਉਹ ਹਲਕੀ ਫੁਲਕੀ ਛੇੜਛਾੜ ਜਿਹੜਾ ਉਹ ਚੱਲਦੀ ਰਹਿੰਦੀ ਹੈ। ਤੇ ਚੱਸ ਬੜੀ ਆਉਂਦੀ ਹੈ ਵੀ ਵਿਹਲਾ ਬੰਦੇ ਨੇ ਹੋਰ ਕੀ ਕਰਨਾ। ਤੁਹਾਡੇ ਕੋਲ ਵੀ ਜੇ ਹੋਣ ਨਾ ਜਿਹੜੇ ਸੁਣਦੇ ਹੋ, ਕੋਈ ਤੁਹਾਡੇ ਪਿੰਡ ਦੀ, ਕੋਈ ਸ਼ਹਿਰ ਦੀ, ਕੋਈ ਨਵੀਂ ਸ਼ਹਿਰ ਦੱਸਣ ਵਾਲੀ ਹੋਵੇ, ਤੇ ਮੈਨੂੰ ਘੱਲ ਛੜਿਆ ਕਰੋ। ਮੈਂ ਉਹਦਾ ਵੇਖੋ ਉਹਦੇ ਚ ਉਹਦੇ ਕੱਟ ਵੱਢ ਕਰਕੇ ਤੈਨੂੰ ਕਿੰਜ ਸਿੱਧਾ ਕਰਨਾ। ਇਹ ਕੱਟ ਵੱਢ ਨਾਲ ਹੀ ਸਭ ਕੁਝ ਚੱਲਣ ਡਿਆ ਸੋਸ਼ਲ ਮੀਡੀਆ ਤੇ। ਇੱਥੇ ਤੇ ਪਤਾ ਨਹੀਂ ਕੀ ਕੱਟ ਵੱਢ ਦਾ ਮਤਲਬ ਸਮਝਦੇ ਹੋ ਨਾ? ਅੱਜ ਕੱਲ ਉਹਨੂੰ ਕੀ ਆਂਦੇ ਨੇ, ਕਾਪੀ ਪੇਸਟ, ਕੱਟ ਵੱਢ, ਇਧਰੋਂ ਕਟਿਆ ਉਧਰ, ਇਧਰੋਂ ਕਟਿਆ ਉਧਰ, ਤੇ ਇਧਰੋਂ ਵੱਢਿਆ ਤੇ ਉੱਥੇ ਲਾਤਾ।
ਇਹ ਕੱਟ ਵੱਢ ਜੇ ਤੇ ਨੇਕ ਨੀਅਤੀ ਵਾਲੀ ਹੋਵੇ, ਮਨ ਚ ਕੋਈ ਖੋਟ ਨਾ ਹੋਵੇ, ਤੇ ਫੇਰ ਤੇ ਸ਼ੈ ਆ ਚੰਗੀ। ਤੇ ਜੇ ਇਹਦੇ ਵਿੱਚ ਇਹ ਹੋਏ ਨਾ ਕਿ ਤੁਸੀਂ ਇੱਕ ਚੰਗੇ ਭਲੇ ਸ਼ਰੀਫ ਆਦਮੀ ਦੀ ਵੀਡੀਓ ਚੱਲਣ ਡਈ ਏ, ਉਹਨੂੰ ਕੱਟ ਵੱਢ ਕੇ ਤੇ ਉਹਦਾ ਸਿਰ ਉਹਦਾ ਤੇ ਧੜ ਉਹਦਾ ਲਾਇਆ ਹੈ, ਇਹ ਰੱਬ ਨੇ ਨਹੀਂ ਜੇ ਛੱਡਣਾ ਤੁਹਾਨੂੰ। ਔਰ ਮੈਂ ਅੱਗੇ ਵੀ ਤੁਹਾਨੂੰ ਆਖਿਆ ਸੀ ਵੀ ਇਹ ਆਡੀਓ ਰਿਕਾਰਡਿੰਗ ਡਿਵਾਈਸ ਤੁਹਾਡੀ ਕੰਨ ਤੇ ਇਹ ਅੱਖਾਂ ਜਿਹੜੀਆਂ ਤੁਹਾਡੀ ਵੀਡੀਓ ਡਿਵਾਈਸ ਹੈ, ਹਰ ਵੇਲੇ ਲਿਖੀ ਰਿਕਾਰਡਿੰਗ ਹੋਣ ਡਈ ਹੈ, ਹਰ ਵੇਲੇ ਰਿਕਾਰਡਿੰਗ ਹੋਣ ਡਈ ਹੈ। ਤੇ ਫਿਰ ਜੇ ਆਪਣੇ ਹੱਥ ਨਾਲ ਤੁਸੀਂ ਜਿਹੜਾ ਲਿਖਣ ਡਏ ਹੋ ਨਾ, ਇਹ ਉਦੋਂ ਤੁਹਾਨੂੰ ਦਿੱਤਾ ਨਾ ਜਿਸ ਵੇਲੇ ਅੱਲਾ ਮਾਫੀ ਦੇਵੇ ਖੱਬੇ ਹੱਥ 'ਚ, ਤੇ ਤੁਸਾਂ ਮਾਰਨੀਆਂ ਚੀਕਾਂ। ਉਹੀ ਗੱਲ, ਚੀਕਾਂ ਮਾਰਨੀਆਂ ਕਿ ਨਹੀਂ, ਤੁਹਾਡੀਆਂ ਚੀਕਾਂ ਨਿਕਲਣੀਆਂ ਨੇ। ਉਹ ਵੇਲੇ ਤੋਂ ਡਰੋ, ਜ਼ੁਲਮ ਬੰਦ ਕਰੋ, ਇੱਕ ਦੂਸਰੇ ਨਾਲ ਭੈਣਾ ਭਰਾਵਾਂ ਚੰਗੇ ਤਰੀਕੇ ਨਾਲ ਰਹੋ। ਇੱਕ ਹੋਰ ਗੱਲ, ਮੈਨੂੰ ਜਿਹੜਾ ਨਾ ਉਹ ਤਰਲੇ ਮਿੰਤਾਂ ਵਾਲੀ ਗੱਲ ਜਿਹੜੀ ਏ, ਉਹ ਤੇ ਗੱਲ ਮਾੜੀ ਹੈ ਵੀ ਹਰ ਵੀਡੀਓ 'ਚ ਮੈਂ ਅਖੀਰ ਤੇ ਆਖਾਂ ਕਰਾਂ ਕਿ ਖੁਦਾ ਵਾਸਤੇ ਕਰਕੇ ਸਬਸਕ੍ਰਾਈਬ ਕਰੋ। ਉਹ ਭਾਈ ਸਬਸਕ੍ਰਾਈਬ ਕਰਨਾ ਤੇ ਕਰੋ, ਨਹੀਂ ਕਰਨਾ ਤੇ ਨਾ ਕਰੋ। ਉਹ ਜੀ ਕੋਈ ਗੱਲ ਹੈ ਕਿ ਜਿਹੜੇ ਰਹਿੰਦੇ ਸੀ, ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਝੂਠੀਆਂ ਨਿਕਲੀਆਂ ਉਹਨਾਂ ਦੀਆਂ ਯਾਰੀਆਂ ਨੇ। ਕਦੀ ਅਸੀਂ ਬੜੇ ਚੌਧਰੀ, ਜਿਵੇਂ ਮੈਂ ਅੱਗੇ ਦੱਸਿਆ ਹੁੰਨੇ ਸਾਂ, ਹੁਣ ਸਾਡਾ ਚੈਨਲ ਚੜਨਾ 217 ਹੈ। ਮਜਾਲ ਕਿ 217 ਤੋਂ ਥਾਂ ਜਾਣ ਡਿਆ ਹੋਵੇ। ਓਏ ਅੱਲਾ ਦਿਓ ਬੰਦਿਓ, ਇੱਥੋਂ ਮੈਂ ਖੇਚਲ ਕਰਨਾ, ਮੈਂ ਇਹਦੇ ਤੇ ਲਿਖਤ ਪੜ੍ਹਤ ਕਰਨਾ, ਉਰਦੂ ਦੇ ਮੈਂ ਵੀਲੌਗ ਕਰਨਾ, ਅੱਗੋਂ ਮੈਂ ਰਿਸਰਚ ਕਰਕੇ ਵੀ ਕਰਨ ਡਿਆ। ਇਹ 217 ਹੀ ਰਹਿਣਾ ਸਾਰੀ ਉਮਰ। ਇਹ 217 ਜਿਹੜਾ ਨਾ, ਇਹਨੂੰ ਵਧਾਓ ਤੇ ਲੈ ਜਾਓ 1000 2000 2500 ਤੇ ਲੈ ਜਾਓ। ਇੰਨਾ ਤੇ ਕਰੋ ਯਾਰ। ਹੁਣ ਏਡੇ ਵੀ ਜਿਹੜਾ ਨਾ ਉਹ ਮੱਥੇ ਤੇ ਅੱਖਾਂ ਨਾ ਧਰੋ ਕਿ ਵੀ ਤੁਸੀਂ ਇਹਨੂੰ ਸਬਸਕ੍ਰਾਈਬ ਨਹੀਂ ਕਰਨਾ। ਇਹਨੂੰ ਪਸੰਦ ਵੀ ਕਰੋ, ਇਹਨੂੰ ਸ਼ੇਅਰ ਵੀ ਕਰੋ, ਤੇ ਇਹਨੂੰ ਸਬਸਕ੍ਰਾਈਬ ਵੀ ਕਰੋ। ਭਲਾ ਹੋਵੇ ਤੇ ਇਨਸ਼ਾਅੱਲਾ ਅਗਲੀ ਬੈਠਕ 'ਚ ਫਿਰ ਮਿਲਣੇ ਆ। बहुत मेहरबानी। अस्सलाम वालेकुम वालेकुम अस्सलाम व रहमतुल्लाहि व बरकातहू।